TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਦੀਆਂ ਖਬਰਾਂ ਸੰਖੇਪ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਲਹਿੰਦੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰਕ ਨੇ ਸੰਸਾਰ ਨੂੰ ਆਖਿਆ ਅਲਵਿਦਾ। ਰਾਕੇਸ਼ ਟਕੈਤ ਨੇ ਸਰਕਾਰ ਨੂੰ ਦਿੱਤੀ ਸਖਤ ਚੇਤਾਵਨੀ। किसान अंदोलन बारे बोले अमित शाह। पंजाब फॉर फार्मर्स के नाम से बनाया जाएगा एक फ्रंट, संयुक्त किसान मोर्चे ने किया ऐलान। यूपी विच 10वीं जमात की विद्यार्थन नाल समूहक जबर जनाह के दोषी नूं पुलिस ने मारी गोली। विधान सभा की कार्रवाई दौरान भाजपा विधायकों ने स्पीकर ते सुट्टियां जुत्तियां। नवजोत सिद्धू अज करनगे पटियाला विच कॉन्फ्रेंस अते अपने सियासी पत्ते खोलणगे। 82 वरियां दे बजुर्ग नूं 50 सालां बाद मिलिया अपना पहला प्यार अते 2 होर किसानां दी जान संघर्ष लेखे लगी। दोस्तों, आ कुछ खबरां ने जिन्हां नूं आधार बना के अज दे प्रोग्राम के दौरान विस्तार सहित मैं गलबात करनी चाहुंदा। खबरां दे उत्ते टिप्पणियां करांगे। इस तो पहलां कि खबरां दे विस्तार वल वधां, तुहानूं सबनां नूं बेनती है कि जेकर हाले तक तुसीं अपने इस चैनल नूं सबसक्राइब नहीं कीता ਤਾਂ ਕਿਰਪਾ ਕਰਕੇ ਸਬਸਕ੍ਰਾइब कर लियो। ਨਾਲ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਖਬਰਾਂ ਵੱਲ ਨੂੰ ਰੁਖ ਕਰੀਏ ਤੇ ਉਹਨਾਂ ਦੇ ਵਿਸਥਾਰ ਵੱਲ ਵਧੀਏ। ਹਾਲੇ ਕੱਲ ਤੁਹਾਡੇ ਨਾਲ ਬੜੀ ਮਾੜੀ ਤੇ ਮੰਦਭਾਗੀ ਖਬਰ ਸਾਂਝੀ ਕੀਤੀ ਸੀ ਕਿ ਪੰਜਾਬੀ ਗਾਇਕੀ ਦਾ ਇੱਕ ਹੋਰ ਥੰਮ ਡਿੱਗ ਪਿਆ ਹੈ। ਸ਼ੌਕਤ ਅਲੀ ਸਾਹਿਬ, ਅੱਜ ਖਬਰ ਮਿਲੀ ਹੈ ਕਿ ਉਹਨਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ ਹੈ। ਅੱਜ ਇੱਕ ਹੋਰ ਲਹਿੰਦੇ ਪੰਜਾਬ ਤੋਂ ਹੀ ਮਾੜੀ ਖਬਰ ਆਈ ਹੈ। ਜਾਣਕਾਰੀ ਮਿਲੀ ਹੈ ਕਿ ਪੰਜਾਬੀ ਮਾਂ ਬੋਲੀ ਦੇ ਸਪੂਤ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰਕ ਬਾਬਾ ਬੁੱਲੇ ਸ਼ਾਹ ਪੰਜਾਬੀ ਸੱਥ ਕਸੂਰ ਦੇ ਮੁੱਖ ਸੇਵਾਦਾਰ ਬਾਈ ਦਿਲ ਮੁਹੰਮਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਉਹਨਾਂ ਦੇ ਚਲੇ ਜਾਣ ਦੇ ਨਾਲ ਦੋਵੇਂ ਪੰਜਾਬਾਂ ਦੇ ਗੁਰਮੁਖੀ ਪ੍ਰੇਮੀਆਂ ਦੇ ਵਿੱਚ ਸੋਗ ਦੀ ਲਹਿਰ ਹੈ। ਲਹਿੰਦੇ ਪੰਜਾਬ ਦੇ ਵਿੱਚ ਦਿਲ ਮੁਹੰਮਦ ਅਜਿਹੇ ਵਿਅਕਤੀ ਸਨ जो शरेआम कहा करते सी कि माँ बोली पंजाबी नूं गुरमुखी तो बिना होर किसी लिपि विच लिखिया ही नहीं जा सकता। अपने पिंड ਚੱਕ 17 विच खोले स्कूल विच वो बच्चों नूं गुरमुखी पढ़ाया करते सन। उन्हां दे इसे दोष बदले पंजाब दे सिੱਖਿਆ महकमे ने उन्हां विरुद्ध मुकदमा भी चलाया सी। वो पाकिस्तान की सलामती विरुद्ध काम करते रहे। जदों भी कोई उन्हां दे सामने निआणिਆਂ नाल उर्दू बोलदा सी ਤਾਂ ਉਹ ਕਿਹਾ ਕਰਦੇ ਸਨ, ਓਏ ਇਹ ਕੀ ਕਹਿਰ ਕਮਾ ਰਿਹਾ ਹੈ, ਪੰਜਾਬੀ ਤੇਰੇ ਦਾਦਿਆਂ ਪੜਦਾਦਿਆਂ ਬਾਬਾ ਬੁੱਲੇ ਸ਼ਾਹ ਸੁਲਤਾਨ ਬਾਹੂ ਵਰਗੇ ਸੂਫੀਆਂ ਦੀ ਬੋਲੀ ਹੈ, ਤੂੰ ਕਿਉਂ ਉਰਦੂ ਦਾ ਮਾਰਿਆ ਹੋਇਆ ਸੱਪ ਹੈ। ਆਪਣੇ ਨਿਆਣਿਆਂ ਦੇ ਗਲ ਵਿੱਚ ਇਹ ਮਰਿਆ ਉਰਦੂ ਦਾ ਸੱਪ ਤੂੰ ਕਿਉਂ ਪਾਉਣ ਲੱਗੇ ਹੈ, ਕਿਉਂ ਮਾਂ ਬੋਲੀ ਦੀ ਜਖਣਾ ਪਟ ਰਿਹਾ ਹੈ। ਇੱਕ ਵਾਰੀ ਲਾਹੌਰ ਦੇ ਇੱਕ ਉਰਦੂ ਅਦਾਰੇ ਦੇ ਕਰਤਾ ਧਰਤਾ ਨੇ ਉਹਨਾਂ ਨੂੰ ਕਿਹਾ ਸੀ कि तुसी उर्दू का प्रचार करिया करो, ये साडी कौमी बोली है। तो बाई दिल मुहम्मद ने बड़ी बेबाकी नाल उन्होंने जवाब दिता सी कि कौमी बोली होवेगी तुहाडी, मेरी माँ बोली पंजाबी है। मेरे लिए दुनिया विच इस तो वध मुकद्दस कोई भी शै नहीं। उन्होंने खुली चुनौती दी। फिर उन्होंने कहते उर्दू जबान विच एक भी अखर उर्दू का नहीं। जेकर तू ये साबित कर देवें कि उर्दू विच ये अखर उर्दू दे ने ਤਾਂ ਮੈਂ ਤੈਨੂੰ ਇੱਕ ਇੱਕ ਅੱਖਰ ਤੇ 1 ਲੱਖ ਰੁਪਏ ਦਾ ਇਨਾਮ ਦਿਆਂਗਾ। ਦੇਖੋ ਕਿੱਡੀ ਵੱਡੀ ਚੁਣੌਤੀ ਦਿੱਤੀ ਉਹਨਾਂ ਨੇ। ਉਸ ਵਕਤ ਉਹਨੂੰ ਆਖਿਆ ਕਿ ਉਰਦੂ ਦੇ ਵਿੱਚ ਸਾਰੇ ਅੱਖਰ ਅਰਬੀ, ਫਾਰਸੀ, ਹਿੰਦੀ ਤੇ ਹੋਰਨਾਂ ਬੋਲੀਆਂ ਵਿੱਚੋਂ ਆਏ ਹੋਏ ਆ। ਉਸ ਕੋਲ ਇਸ ਦਾ ਕੋਈ ਜਵਾਬ ਫਿਰ ਅੱਗਿਓਂ ਨਹੀਂ ਸੀ। ਉਹ ਬੜੇ ਰੰਜ ਨਾਲ ਕਿਹਾ ਕਰਦੇ ਸਨ ਕਿ ਇਸ ਮੁਲਕ ਵਿੱਚ ਅਸੀਂ ਆਪਣੀ ਜ਼ੁਬਾਨ ਤੇ ਪਹਿਚਾਣ ਗਵਾ ਚੁੱਕੇ ਹਾਂ। ਲੋਕ ਕਹਿੰਦੇ ਆ ਕਿ ਪਾਕਿਸਤਾਨ ਮੁਸਲਮਾਨਾਂ ਲਈ ਜੰਨਤ ਹੈ। ਇਹ ਕਿਹੋ ਜਿਹੀ ਜੰਨਤ ਕਿ ਸਾਨੂੰ ਆਪਣੀ ਬੋਲੀ ਵਿੱਚ ਲਿਖਣ ਤੇ ਪੜ੍ਹਨ ਦੀ ਵੀ ਆਗਿਆ ਨਹੀਂ। ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਯਾਤਰੂਆਂ ਨੂੰ ਉਹ ਹਮੇਸ਼ਾ ਨਵੀਆਂ ਕਿਤਾਬਾਂ ਲੈ ਕੇ ਆਉਣ ਦੀ ਬਾਤ ਪਾਇਆ ਕਰਦੇ ਸਨ। ਉਹਨਾਂ ਨੇ ਆਪਣੇ ਘਰ ਦੇ ਵਿੱਚ ਕਿਤਾਬ ਘਰ ਬਣਾਇਆ ਹੋਇਆ ਸੀ। ਉਹ ਪੰਜਾਬੀ, ਹਿੰਦੀ, ਬੰਗਾਲੀ, ਰੂਸੀ, ਫਾਰਸੀ, ਅਰਬੀ, ਅੰਗਰੇਜ਼ੀ ਇਹਨਾਂ ਜ਼ੁਬਾਨਾਂ ਦੇ ਮਾਹਿਰ ਸੀ। पर फिर भी पता की कहते इन्नियां ਜ਼ੁਬਾਨਾਂ ਦੇ माहिर होने तो बाद भी कहते ਜਿਹੜੀ तृप्ति मैनू अपनी माँ बोली पंजाबी विच गल करके लिख के मिलती है
ਉਹ ਦੁਨੀਆ ਦੀ ਹੋਰ ਕਿਸੇ ਜ਼ੁਬਾਨ ਦੇ ਵਿੱਚ ਮਿਲ ਹੀ ਨਹੀਂ ਸਕਦੀ। ਵੰਡ ਤੇ ਲਿਖਿਆ ਗਿਆ ਸੀ ਇੱਕ ਨਾਵਲ, ਸੋਹਣ ਸਿੰਘ ਸ਼ੀਤਲ ਹੋਰਾਂ ਦਾ ਸ਼ਾਹਕਾਰ ਨਾਵਲ ਹੈ ਤੂਤਾਂ ਵਾਲਾ ਖੂਹ। ਅਸੀਂ ਵੀ ਸਕੂਲ ਵੇਲੇ ਪੜ੍ਹਿਆ, ਸਿਲੇਬਸ ਵਿੱਚ ਲੱਗਿਆ ਹੋਇਆ ਸੀ, ਸ਼ਾਇਦ ਤੁਸੀਂ ਵੀ ਪੜ੍ਹਿਆ ਹੋਵੇ। ਤੂਤਾਂ ਵਾਲਾ ਖੂਹ ਨੂੰ ਪੜ੍ਹ ਕੇ ਉਹਨਾਂ ਨੇ ਆਖਿਆ ਸੀ ਕਿ ਸਾਰੇ ਪੰਜਾਬੀਆਂ ਨੂੰ ਇਹ ਨਾਵਲ ਪੜ੍ਹਨਾ ਚਾਹੀਦਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਨਾਲ ਕਿੱਡੀ ਵੱਡੀ ਠੱਗੀ ਵੱਜ ਚੁੱਕੀ ਹੈ। ਉਹ ਸਦਾ ਕਹਿੰਦੇ ਸਨ ਕਿ ਜਿਸ ਦਿਨ ਵਾਘੇ ਵਾਲੀ ਕੰਧ ਟੁੱਟੇਗੀ ਉਹ ਜ਼ਿੰਦਗੀ ਦਾ ਸਭ ਤੋਂ ਵਡਭਾਗਾ ਦਿਨ ਹੋਵੇਗਾ। ਤੂਤਾਂ ਵਾਲੇ ਖੂਹ ਤੇ ਇੱਕ ਵਾਰੀ ਫਿਰ ਸਾਂਝੇ ਪੰਜਾਬ ਦੀਆਂ ਰੌਣਕਾਂ ਲੱਗਣਗੀਆਂ। ਉਹਨਾਂ ਨੇ ਕਈ ਵਾਰੀ ਚੜ੍ਹਦੇ ਪੰਜਾਬ ਤੋਂ ਆਉਣ ਵਾਲਿਆਂ ਨੂੰ ਆਖਿਆ ਕਿ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਉੱਧਰ ਜਾਇਆ ਵਾਂ, ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਵਾਂ। ਉਹਨਾਂ ਨਾਲ ਉਹ ਅਕਸਰ ਗੱਲਾਂ ਕਰਦੇ ਸੀ ਜਿਹੜੇ ਇੱਧਰੋਂ ਚੜ੍ਹਦੇ ਪੰਜਾਬ ਤੋਂ ਉਹਨਾਂ ਨੂੰ ਉੱਧਰ ਮਿਲਣ ਜਾਂਦੇ ਸੀ, ਪਰ ਸਮੇਂ ਦੇ ਲੋਟੂ ਹਾਕਮਾਂ ਨੇ ਕੋਈ ਪੇਸ਼ ਜਾਣ ਨਾ ਦਿੱਤੀ ਤੇ ਉਹ ਚੜ੍ਹਦੇ ਪੰਜਾਬ ਆ ਨਾ ਸਕੇ। ਤੇ ਅੱਜ ਮਾੜੀ ਖਬਰ ਕਿ ਪੰਜਾਬੀ ਮਾਂ ਬੋਲੀ ਦਾ ਇਹ ਸਪੂਤ ਅੱਜ ਇਸ ਦੁਨੀਆ ਨੂੰ ਅਲਵਿਦਾ ਆ ਕੇ ਹੈ। ਅਸੀਂ ਉਹਨਾਂ ਦੇ ਚਲਾਣੇ ਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਤੇ ਅਗਲੀ ਖਬਰ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਹੈ। ਤੁਹਾਡੇ ਨਾਲ ਕੱਲ੍ਹ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਭਾਰਤੀ ਕਿਸਾਨ ਯੂਨੀਅਨ ਦੇ ਯੁਵਾ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ ਉਹ ਗ੍ਰਿਫਤਾਰ ਕੀਤੇ ਗਏ ਹੈ। ਉਹਨਾਂ ਤੇ ਦੋਸ਼ ਇਹ ਲਾਇਆ ਸੀ ਕਿ ਸੋਸ਼ਲ ਮੀਡੀਆ ਤੇ ਉਹ ਭੜਕਾਊ ਭਾਸ਼ਣ ਅਪਲੋਡ ਕਰਦੇ ਰਹੇ, ਲਾਈਵ ਹੁੰਦੇ ਰਹੇ। ਇਸ ਮਾਮਲੇ ਦੇ ਵਿੱਚ ਰਵੀ ਆਜ਼ਾਦ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਦੇ ਉੱਤੇ ਹੀ ਰਾਕੇਸ਼ ਟਕੈਤ ਨੇ ਆਪਣਾ ਗੁੱਸਾ ਕੱਢਿਆ, ਨਾਲ ਇੱਕ ਧਮਕੀ ਦਿੱਤੀ ਹੈ ਸਖਤ ਸ਼ਬਦਾਂ ਦੇ ਵਿੱਚ। ਰਾਕੇਸ਼ ਟਕੈਤ ਨੇ ਇਹ ਆਪਣਾ ਵੀਡੀਓ ਸ਼ੇਅਰ ਵੀ ਕੀਤਾ ਸੋਸ਼ਲ ਮੀਡੀਆ ਦੇ ਉੱਤੇ। छोड़ते बाइज्जत उनको छोड़ने का काम करें। राकेश टिकैत, किसान क्रांति गेट, यूपी, गाजीपुर, दिल्ली। हमारा युवा प्रदेश अध्यक्ष रवि आजाद भिवानी जो लोहारू से अपने घर बहल जाने लग रहा था, रास्ते से उसको गिरफ्तार करने का काम किया गया है और हम सरकार की इस कार्रवाई की निंदा करते हैं और उसको बाइज्जत रिहा करने का काम करे और नहीं तो पूरे हरियाणा प्रदेश में ही नहीं पूरे देश में आंदोलन तेज होगा। डंपी पहलवान, महासचिव भारतीय किसान यूनियन हरियाणा प्रदेश, किसान क्रांति गेट, यूपी, गाजीपुर। ਉਹ ਕਹਿੰਦੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦਾ ਯੁਵਾ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ ਤੁਸੀਂ ਗ੍ਰਿਫਤਾਰ ਕਰ ਲਿਆ, ਪਰ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਦੇ। ਰਵੀ ਨੂੰ ਆਜ਼ਾਦ ਕਰੋ, ਰਿਹਾ ਕਰੇ ਸਰਕਾਰ, ਨਹੀਂ ਤਾਂ ਫਿਰ ਅੰਦੋਲਨ ਝੱਲਣ ਵਾਸਤੇ ਤਿਆਰ ਰਹੇ। ਵੀਡੀਓ ਦੇ ਵਿੱਚ ਦੱਸਿਆ ਜਾਂਦਾ ਕਿ ਰਵੀ ਆਜ਼ਾਦ ਆਪਣੇ ਘਰ ਜਾ ਰਿਹਾ ਸੀ, ਰਸਤੇ ਦੇ ਵਿੱਚੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਕਦਮ ਦੀ ਸਖਤ ਨਿੰਦਿਆ ਕਰਦੇ ਹਾਂ, ਰਵੀ ਨੂੰ ਤੁਰੰਤ ਰਿਹਾ ਕੀਤਾ ਜਾਵੇ, ਨਹੀਂ ਤਾਂ ਹਰਿਆਣਾ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਹੋਰ ਤੇਜ਼ ਕਰ ਦਿੱਤਾ ਜਾਏਗਾ। ਟਿਕੈਤ ਦੇ ਇਸ ਵੀਡੀਓ ਤੇ ਬਹੁਤ ਸਾਰੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਨੇ। ਜਿਹੜੀਆਂ ਪ੍ਰਤੀਕਿਰਿਆਵਾਂ ਕਿਸੇ ਖਾਸ ਕਿਸਮ ਦੇ ਲੋਕਾਂ ਨੇ ਦਿੱਤੀਆਂ ਨੇ, ਮੈਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ। ਇੱਕ ਯੂਜ਼ਰ ਨੇ ਲਿਖਿਆ, ਮੈਂ ਤਾਂ ਕਹਿੰਦਾ ਹਾਂ ਕਿ ਤੁਸੀਂ ਆਤਮ ਹੱਤਿਆ ਵਾਲੀ ਧਮਕੀ ਦਿਓ ਅਤੇ ਜ਼ਹਿਰ ਦੀ ਪੁੜੀ ਨਾਲ ਰੱਖੋ, ਇਹ ਸਰਕਾਰ ਇੰਜ ਨਹੀਂ ਮੰਨੇਗੀ। ਨਵੀਨ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, ਇਹ ਅੰਦੋਲਨ ਕਰਕੇ ਸਿਰਫ ਗਰੀਬ ਕਿਸਾਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕੋਈ ਕਿਸਾਨ ਤੁਹਾਡੇ ਸਮਰਥਨ ਵਿੱਚ ਖੜਾ ਨਹੀਂ ਹੈ। ਇਹ ਅੰਦੋਲਨ ਕਿਸਾਨਾਂ ਦਾ ਸੀ ਹੀ ਨਹੀਂ। ਦੇਖੋ ਕਹਿੰਦੇ ਇਹ ਅੰਦੋਲਨ ਕਿਸਾਨਾਂ ਦਾ ਸੀ ਹੀ ਨਹੀਂ, ਭਾਵ ਇਹ ਕਿਸਾਨ ਅੰਦੋਲਨ ਨਹੀਂ ਕਰ ਰਹੇ। ਇਸ ਵਿਅਕਤੀ ਦੇ ਮੁਤਾਬਕ ਵਿਰੋਧੀ ਪਾਰਟੀਆਂ ਆਪਣੀਆਂ ਰੋਟੀਆਂ ਸੇਕ ਰਹੀਆਂ ਨੇ। ਉਹ ਕਹਿੰਦੇ ਮੁਸ਼ਕਲ ਵਿੱਚ ਇਸੇ ਕਰਕੇ ਮੁਸ਼ਕਲ ਵਿਚੋਲਿਆਂ ਨੂੰ ਆ ਰਹੀ ਹੈ। ਇੱਕ ਹੋਰ ਵਿਅਕਤੀ ਨੇ ਲਿਖਿਆ, ਅੰਦੋਲਨ ਤਾਂ ਕੀ ਤੁਹਾਨੂੰ ਵੀ ਝੱਲ ਲਵੇਗੀ ਸਰਕਾਰ, ਅਰਾਜਕਤਾ ਫੈਲਾਓਗੇ ਮੁਲਕ ਵਿੱਚ ਅਤੇ ਸਰਕਾਰ ਚੁੱਪ ਰਹੇਗੀ, ਬਾਅਦ ਵਿੱਚ ਤੁਸੀਂ ਹੱਥ ਖੜੇ ਕਰ ਲਓਗੇ। ਇਹ ਉਹਨਾਂ ਦਾ ਆਦਮੀ ਹੈ ਬੋਲ ਕੇ, ਇਹ ਲਿਖਿਆ ਉਹਨਾਂ ਨੇ। ਇੱਕ ਹੋਰ ਹੈ ਡਾਕਟਰ ਮਨੀਸ਼ ਨਾਮ ਦਾ ਯੂਜ਼ਰ, ਉਹਨਾਂ ਨੇ ਲਿਖਿਆ, ਮੈਨੂੰ ਤਰਸ ਉਹਨਾਂ ਕਿਸਾਨਾਂ ਤੇ ਆਉਂਦਾ ਜੋ ਤੁਹਾਡੇ ਲਈ ਅੰਦੋਲਨ ਤੇ ਬੈਠੇ ਨੇ, ਰਾਜਨੀਤੀ ਤੁਸੀਂ ਕਰ ਰਹੇ ਹੋ, ਭੁਗਤਣਾ ਉਹਨਾਂ ਨੂੰ ਪੈ ਰਿਹਾ। ਇੱਕ ਹੋਰ ਨੇ ਲਿਖਿਆ, ਅੰਦੋਲਨ ਝੱਲਣ ਨੂੰ ਤਿਆਰ ਰਹੇ ਤਾਂ ਪਿਛਲੇ 4 ਮਹੀਨਿਆਂ ਤੋਂ ਕੀ ਚੱਲ ਰਿਹਾ ਚਾਚਾ? ਤੁਸੀਂ ਦੇਖੋ ਕਿ ਆਹ ਲੋਕ ਉਹ ਨੇ ਜਿਹੜੇ ਇਸ ਤਰ੍ਹਾਂ ਦੀ ਭੱਦੀ ਪ੍ਰਤੀਕਿਰਿਆ ਦੇ ਰਹੇ ਹੈ। ਪਹਿਲੀ ਗੱਲ, ਇਹਨਾਂ ਨੂੰ ਜਿਹੜੇ ਅੰਦੋਲਨ ਕਰ ਰਹੇ ਨੇ ਉਹ ਕਿਸਾਨ ਨਜ਼ਰ ਨਹੀਂ ਆ ਰਹੇ। ਦੂਸਰੀ ਗੱਲ, ਇਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਦੇ ਅੰਦੋਲਨ ਨਾਲ ਫਰਕ ਕੀ ਪੈ ਰਿਹਾ ਹੈ। ਮੈਂ ਦੱਸਦਾ ਅੰਦੋਲਨ ਨਾਲ ਕੀ ਫਰਕ ਪੈ ਰਿਹਾ।
ਅੰਦੋਲਨ ਨਾਲ ਫਰਕ ਇਹ ਪੈ ਰਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਬੇਨਕਾਬ ਹੋ ਰਿਹਾ ਹੈ। ਬੀਤੇ ਦਿਨੀ ਤੁਹਾਨੂੰ ਯਾਦ ਹੋਣਾ ਕਿ 2 ਵਾਰੀ ਰਾਕੇਸ਼ ਟਕੈਤ ਤੇ ਹਮਲਾ ਇਸ ਗੱਲ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਇਸ ਅੰਦੋਲਨ ਦੀ ਨਿਸ਼ਾਨੀ ਹੈ ਕਿ ਜਜ਼ਪਾ ਦੇ ਮੁਖੀ ਵੀ ਨੇ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਹੈਲੀਕਾਪਟਰ ਉਹਦਾ ਉੱਤਰ ਨਹੀਂ ਦਿੱਤਾ। ਅੱਜ ਦੀ ਤਾਜ਼ਾ ਹੀ ਖਬਰ ਸੀ ਕਿ ਰੋਹਤਕ ਦੇ ਵਿੱਚ ਆਏ ਸੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਇੱਕ ਸੰਸਦ ਮੈਂਬਰ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਅਫਸੋਸ ਕਰਨ ਵਾਸਤੇ। ਯੂਨੀਵਰਸਿਟੀ ਦੀ ਹੈਲੀਪੈਡ ਦੇ ਉੱਤੇ ਉਹਨਾਂ ਦਾ ਹਵਾਈ ਜਹਾਜ਼ ਉੱਤਰ ਨਹੀਂ ਦਿੱਤਾ। ਤੇ ਜੇ ਇਸ ਅੰਦੋਲਨ ਦਾ ਅਸਰ ਨਾ ਹੋਵੇ ਤਾਂ ਕੇਂਦਰ ਦੇ ਗ੍ਰਹਿ ਮੰਤਰੀ ਨਾਲ ਜੋ ਚੇਚੇ ਤੌਰ ਤੇ ਬੋਲਦੇ, ਇਹ ਵੀ ਦੱਸ ਦਿੰਦੇ ਆ ਉਹਨਾਂ ਨੇ ਅੱਜ ਬੋਲਿਆ ਕੀ ਹੈ। ਅਮਿਤ ਸ਼ਾਹ ਕਹਿੰਦੇ ਕਿ ਅਸੀਂ ਕਾਨੂੰਨ ਬਣਾਇਆ, 3 ਖੇਤੀ ਸੁਧਾਰ ਕਾਨੂੰਨ ਬਣਾਏ ਨੇ ਤੇ ਇਹਦੇ ਖਿਲਾਫ 4 ਮਹੀਨਿਆਂ ਤੋਂ ਲਗਾਤਾਰ ਲਗਭਗ ਅੰਦੋਲਨ ਕਰ ਰਿਹਾ ਕਿਸਾਨ। ਇਸ ਮਸਲੇ ਦੇ ਉੱਤੇ ਅਮਿਤ ਸ਼ਾਹ ਅੱਜ ਕਿਸਾਨਾਂ ਤੇ ਦੋਸ਼ ਲਾ ਰਹੇ ਸੀ। ਲਗਭਗ ਜਿਸ ਤਰ੍ਹਾਂ ਦੇ ਯੂਜ਼ਰਸ ਪ੍ਰਤੀਕਿਰਿਆ ਦੇ ਰਹੇ ਸੀ, ਰਿਐਕਸ਼ਨ ਕਰ ਰਹੇ ਸੀ, ਉਸੇ ਤਰ੍ਹਾਂ ਦੀ ਗੱਲ ਅਮਿਤ ਸ਼ਾਹ ਕਰ ਰਹੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ। ਕਿਸਾਨ ਨਹੀਂ, ਉਹਨਾਂ ਨੇ ਸ਼ਬਦ ਵਰਤੇ, ਕਹਿੰਦੇ ਲੋਕ ਆਉਣ ਤੇ ਸਾਡੇ ਨਾਲ ਗੱਲਬਾਤ ਕਰਨ। ਉਹ ਕਹਿੰਦੇ ਜਿੰਨੀ ਦੇਰ ਕੋਈ ਗੱਲਬਾਤ ਕਰਨੀ ਨਹੀਂ ਆਏਗਾ ਉਨੀ ਦੇਰ ਇਸ ਮਸਲੇ ਦਾ ਹੱਲ ਕਿਵੇਂ ਨਿਕਲੇਗਾ ਜਦੋਂ ਕਿ ਸਰਕਾਰ ਗੱਲਬਾਤ ਵਾਸਤੇ ਤਿਆਰ ਹੈ। ਉਹ ਕਹਿੰਦੇ ਇੰਨਾ ਹੀ ਪੁੱਛੀ ਜਾਂਦੇ ਆ ਸਾਨੂੰ ਕਿ ਤੁਸੀਂ ਇਹ ਕਾਨੂੰਨ ਰੱਦ ਕਰ ਰਹੇ ਹੋ ਜਾਂ ਨਹੀਂ। ਕਹਿੰਦੇ ਇਹ ਕੋਈ ਗੱਲਬਾਤ ਕਰਨ ਵਾਲੀ ਗੱਲ ਹੋਈ? ਕਹਿੰਦੇ ਮੈਨੂੰ ਤਾਂ ਲੱਗਦਾ ਨਹੀਂ ਕਿ ਇਸ ਤਰ੍ਹਾਂ ਜੇ ਸਾਨੂੰ ਪੁੱਛੀ ਜਾਓਗੇ ਕਿ ਇਹ ਕਾਨੂੰਨ ਰੱਦ ਕਰੋਗੇ ਜਾਂ ਨਹੀਂ, ਕਿਵੇਂ ਗੱਲ ਹੋਊਗੀ। ਕਹਿੰਦੇ ਮੈਨੂੰ ਲੱਗਦਾ ਉਹਨਾਂ ਨੂੰ ਗੱਲਬਾਤ ਵਾਸਤੇ ਅੱਗੇ ਆਉਣਾ ਚਾਹੀਦਾ। ਹੁਣ ਇਸ ਤਰ੍ਹਾਂ ਦੇ ਬਿਆਨ ਪ੍ਰਧਾਨ ਮੰਤਰੀ ਜੀ ਵੀ ਦੇ ਚੁੱਕੇ ਨੇ, ਨਰਿੰਦਰ ਤੋਮਰ ਵੀ ਦੇ ਚੁੱਕੇ ਨੇ ਤੇ ਅੱਜ ਆ ਤਾਜ਼ਾ ਬਿਆਨ ਅਮਿਤ ਸ਼ਾਹ ਦਾ। ਹੁਣ ਇਹ ਦੱਸਿਆ ਜਾਵੇ ਸਰਕਾਰ ਦੇ ਵੱਲੋਂ ਕਿ ਟੋਟਲ ਕੁੱਲ ਮਿਲਾ ਕੇ 12 ਮੀਟਿੰਗਾਂ ਕਿਸਾਨ ਆਗੂਆਂ ਤੇ ਸਰਕਾਰ ਵਿਚਕਾਰ ਹੋਈਆਂ ਨੇ। ਇੱਕ ਇਹਨਾਂ ਦੇ ਨਾਲ ਅਮਿਤ ਸ਼ਾਹ ਨਾਲ ਹੋਈ ਸੀ, 11 ਬਾਕੀ ਮੰਤਰੀਆਂ ਨਾਲ ਹੋਈਆਂ ਸੀ। ਕਿ ਜਿਹੜੀਆਂ ਉਹ ਸੱਦੇ ਸੀ ਕੀ ਕਿਸਾਨਾਂ ਨੇ ਦਿੱਤੇ ਸੀ? ਕੀ ਸਥਾਨ ਕਿਸਾਨਾਂ ਨੇ ਮੁਕਰਰ ਕੀਤਾ ਸੀ? ਕੀ ਸਮਾਂ ਸਥਾਨ ਕਿਸਾਨਾਂ ਨੇ ਮੁਕਰਰ ਕੀਤਾ ਸੀ? ਜੇ ਉਹਨਾਂ ਦੇ ਵਿੱਚੋਂ ਇੱਕ ਵੀ ਮੀਟਿੰਗ ਦਾ ਸਮਾਂ ਜਾਂ ਸਥਾਨ ਕਿਸਾਨਾਂ ਨੇ ਮੁਕਰਰ ਕੀਤਾ ਸੀ ਤਾਂ ਤੁਸੀਂ ਦੱਸ ਦਿਓ, ਤਾਂ ਫਿਰ ਆਪਾਂ ਕਹਿ ਦਿਆਂਗੇ ਭਾਈ ਕਿਸਾਨ ਆਗੂ ਤੁਹਾਡੇ ਨਾਲ ਗੱਲਬਾਤ ਕਰਨੀ ਆ ਰਹੇ। ਹੁਣ ਉਹ ਸਮਾਂ ਨਹੀਂ ਦੱਸ ਰਹੇ, ਸਥਾਨ ਨਹੀਂ ਦੱਸ ਰਹੇ। ਜੇ ਪਹਿਲੀਆਂ 12 ਦੀਆਂ 12 ਮੀਟਿੰਗਾਂ ਦਾ ਸੱਦਾ ਤੇ ਸਥਾਨ ਕਿਸਾਨਾਂ ਨੂੰ ਸਰਕਾਰ ਵੱਲੋਂ ਦੱਸਿਆ ਜਾਂਦਾ ਰਿਹਾ ਤੇ ਹੁਣ ਸਰਕਾਰ ਫਿਰ ਚੁੱਪ ਕਰੀ ਕਿਉਂ ਬੈਠੀ ਆ? ਹੁਣ ਵੀ ਜੇਕਰ ਕੋਈ ਸੱਦਾ ਤੁਸੀਂ ਦਿੱਤਾ ਹੋਵੇ, ਕਿਸਾਨ ਆਗੂ ਉਸ ਸੱਦੇ ਤੇ ਉਸ ਤਰੀਕ ਨੂੰ ਨਾ ਪਹੁੰਚੇ ਹੋਣ, ਫਿਰ ਆਖਿਆ ਜਾ ਸਕਦਾ। ਤੁਸੀਂ ਤਾਂ ਵਾਰ-ਵਾਰ ਇਹ ਆਖਿਆ, ਨਰਿੰਦਰ ਤੋਮਰ ਨੇ ਇਹ ਆਖਿਆ ਕਿ ਜੇਕਰ ਪਹਿਲੀ ਤਜਵੀਜ਼ ਤੇ ਗੱਲਬਾਤ ਕਰਨਗੇ ਫਿਰ ਆਵਾਂਗੇ। ਜਿਹੜੀ ਤਜਵੀਜ਼ ਨੂੰ ਉਹ ਰੱਦ ਕਰ ਚੁੱਕੇ ਹੈ, ਮੀਡੀਆ ਵਿੱਚੋਂ ਦੱਸ ਚੁੱਕੇ ਹੈ, ਤੇ ਫਿਰ ਉਸ ਤਜਵੀਜ਼ ਦਾ ਫਿਰ ਦੁਬਾਰਾ ਉਹਦੇ ਤੇ ਵਿਚਾਰ ਕਰਨ ਦਾ ਕੀ ਮਕਸਦ? ਅਗਲੀ ਗੱਲ ਕਿ ਬੀਤੀ ਕਈ ਮੀਟਿੰਗਾਂ ਦੇ ਵਿੱਚ ਲਗਾਤਾਰ ਇਹ ਜ਼ਿਕਰ ਹੁੰਦਾ ਰਿਹਾ ਕਿ ਬਿਜਲੀ ਸੋਧ ਬਿੱਲ ਸਾਨੂੰ ਨਹੀਂ ਚਾਹੀਦਾ। ਨਰਿੰਦਰ ਤੋਮਰ, ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਹੋਰਾਂ ਨੇ ਉਸ ਮੀਟਿੰਗ ਦੇ ਵਿੱਚ ਆਖਿਆ ਸੀ ਕਿ ਠੀਕ ਹੈ ਅਸੀਂ ਇਹ ਗੱਲ ਮੰਨ ਲੈਂਦੇ ਹਾਂ ਤੇ ਇਹ ਅੱਜ ਤੋਂ ਬਾਅਦ ਇਸ ਮਸਲੇ ਤੇ ਗੱਲਬਾਤ ਨਹੀਂ ਹੋਏਗੀ। ਹੁਣ ਤਾਜ਼ੀਆਂ ਖਬਰਾਂ ਇਹ ਨੇ ਕਿ ਸੂਬਾ ਸਰਕਾਰਾਂ ਦੇ ਨਾਲ ਕੇਂਦਰ ਸਰਕਾਰ ਨੇ ਫਿਰ ਬਿਜਲੀ ਸੋਧ ਬਿੱਲ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ ਨੇ, ਮੀਟਿੰਗਾਂ ਕੀਤੀਆਂ ਨੇ ਅਤੇ ਬੀਤੀ 19 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਜਿਹੜਾ ਉਹਨਾਂ ਨੇ ਮੀਟਿੰਗ ਕੀਤੀ ਹੈ ਕਿ ਆਉਣ ਵਾਲਾ ਜਿਹੜਾ ਸੰਸਦ ਦਾ ਇਜਲਾਸ ਹੋਏਗਾ ਉਹਦੇ ਵਿੱਚ ਬਿਜਲੀ ਸੋਧ ਬਿੱਲ 2020 ਪੇਸ਼ ਕੀਤਾ ਜਾਏਗਾ ਤੇ ਉਹ ਕਾਨੂੰਨ ਬਣਾਇਆ ਜਾਏਗਾ। ਜਦੋਂ ਕਿ ਪਿਛਲੀਆਂ ਮੀਟਿੰਗਾਂ ਦੇ ਵਿੱਚ ਪਿਊਸ਼ ਗੋਇਲ, ਸੋਮ ਪ੍ਰਕਾਸ਼ ਤੇ ਨਰਿੰਦਰ ਤੋਮਰ ਇਹ ਗੱਲ ਮੰਨ ਚੁੱਕੇ ਹੈ। ਜਦੋਂ ਕਹਿੰਦੇ ਸੀ ਨਾ ਕਿ 4 ਦੇ ਵਿੱਚੋਂ 2 ਮੁੱਦੇ ਉਹਨਾਂ ਤੇ ਸਹਿਮਤੀ ਬਣ ਗਈ, ਉਹਨਾਂ ਵਿੱਚੋਂ ਇੱਕ ਮੁੱਦਾ ਆਹੀ ਸੀ ਬਿਜਲੀ ਸੋਧ ਬਿੱਲ 2020। ਇਹਦਾ ਮਤਲਬ ਹੁਣ ਤੁਸੀਂ ਫਿਰ ਥੁੱਕ ਕੇ ਚੱਟੋਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਪਿੱਠ ਛੁਰਾ ਮਾਰਿਆ, ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਤੋਂ ਬਾਅਦ ਇਸ ਬਿੱਲ ਦੇ ਉੱਤੇ ਗੱਲਬਾਤ ਨਹੀਂ ਹੋਏਗੀ। ਹੁਣ ਕਿਸਾਨ ਫਿਰ ਗੱਲਬਾਤ ਆਉਣ ਤੇ ਕਿਵੇਂ ਕਰਨ ਆਉਣ। ਅਗਲੀ ਖਬਰ ਹੈ ਜਿਹੜੀ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਭਾਵ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਈ ਹੈ। ਇਹ ਮੀਟਿੰਗ ਦੇ ਵਿੱਚ ਕੌਣ-ਕੌਣ ਪਹੁੰਚਿਆ? ਸਭ ਤੋਂ ਅਹਿਮ ਗੱਲ ਤਾਂ ਇਹ ਹੈ, ਇਹਦੇ ਵਿੱਚ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆੜ੍ਹਤੀ, ਟਰਾਂਸਪੋਰਟ ਟੀਚਰਸ, ਯੂਨੀਵਰਸਿਟੀ ਇੰਪਲਾਈ ਅਤੇ ਹੋਰ ਜਿੰਨੀਆਂ ਵੀ ਅਗਾਂਹਵਧੀ ਜਥੇਬੰਦੀਆਂ ਨੇ ਉਹ ਸਾਰੀਆਂ ਦੀ ਇੱਕ ਸਾਂਝੀ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਵਾਢੀ ਦੇ ਸੀਜ਼ਨ ਦੌਰਾਨ ਕਿਸਾਨ ਮਜ਼ਦੂਰਾਂ ਨੂੰ ਦਿੱਲੀ ਦੇ ਮੋਰਚਿਆਂ ਤੋਂ, ਇਹ ਆਪਾਂ ਨੂੰ ਪਤਾ ਹੈ ਕਿ ਵਾਢੀ ਵਾਸਤੇ ਖੇਤਾਂ ਵੱਲ ਪਰਤਣਾ ਪਏਗਾ,
ਪਰ ਜੇ ਉਹ ਖੇਤਾਂ ਵੱਲ ਪਰਤਦੇ ਆ ਇਸ ਹਾੜੀ ਦੇ ਸੀਜ਼ਨ ਵਿੱਚ, ਵਾਢੀ ਦੇ ਸੀਜ਼ਨ ਦੇ ਲਈ, ਪਰ ਤਾਂ ਫਿਰ ਦਿੱਲੀ ਮੋਰਚੇ ਤੇ ਕੌਣ ਰਹੇਗਾ? ਇਸੇ ਮਸਲੇ ਨੂੰ ਲੈ ਕੇ ਇਹ ਮੀਟਿੰਗ ਹੋਈ ਕਿ ਦਿੱਲੀ ਮੋਰਚੇ ਨੂੰ ਮਜ਼ਬੂਤੀ ਪਹਿਲਾਂ ਜਿੰਨੀ ਰੱਖਣੀ ਬੜੀ ਲਾਜ਼ਮੀ ਹੈ ਤੇ ਇਸ ਮੋਰਚੇ ਨੂੰ ਪਹਿਲਾਂ ਨਾਲ ਵੀ ਮਜ਼ਬੂਤ ਕਿਵੇਂ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਉਹ ਕਹਿੰਦੀਆਂ ਸਾਨੂੰ ਬਾਹਰੋਂ ਸਮਰਥਨ ਮਿਲ ਰਿਹਾ ਹੈ, ਇਸ ਵਾਸਤੇ ਅਸੀਂ ਸਭਨਾਂ ਦਾ ਧੰਨਵਾਦ ਤਾਂ ਕਰਨਾ ਚਾਹੁੰਦੇ ਹਾਂ, ਪਰ ਫਿਰ ਇਸ ਮੀਟਿੰਗ ਦੇ ਵਿੱਚ ਸੁਝਾਅ ਮੰਗੇ ਗਏ ਕਿ ਮੋਰਚੇ ਦੀ ਮਜ਼ਬੂਤੀ ਵਾਸਤੇ ਕੀ ਕੀਤਾ ਜਾਵੇ। ਸਵੇਰੇ 10 ਵਜੇ ਇਹ ਮੀਟਿੰਗ ਸ਼ੁਰੂ ਹੋਈ ਸੀ। ਇਸ ਪ੍ਰੋਗਰਾਮ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਅਤੇ ਪੰਜਾਬੀਆਂ ਦੇ ਇਸ ਅੰਦੋਲਨ ਦੇ ਰਾਹੀਂ ਅਸੀਂ ਆਪਣੇ ਜਨੂਨ ਨੂੰ ਵੀ ਕਾਇਮ ਰੱਖਿਆ। ਨਾਲ ਹੀ ਉਹਨਾਂ ਕਿਹਾ ਕਿ ਸਿੱਖੀ ਭਾਵਨਾ ਨੇ ਇਸ ਘੋਲ ਨੂੰ, ਜ਼ੁਲਮ ਦੇ ਵਿਰੁੱਧ ਲੜਨ ਦੇ ਭਾਵ ਨੂੰ ਵੀ ਕਾਇਮ ਰੱਖਿਆ ਨਾਲੋਂ ਨਾਲ। ਤੇ ਨਾਲ ਹੀ ਬਲਵੀਰ ਸਿੰਘ ਰਾਜੇਵਾਲ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਵੀ ਮੋਰਚੇ ਦੀ ਜਿਹੜੀ ਸਥਿਤੀ ਆ, ਹਾਲਾਤ ਨੇ, ਉਸ ਦੇ ਬਾਬਤ ਬਹੁਤ ਵਿਸਥਾਰ ਨਾਲ ਚਰਚਾ ਕੀਤੀ। ਪੰਜਾਬ ਦੇ ਲੋਕਾਂ ਦਾ ਉਹਨਾਂ ਨੇ ਉਚੇਚੇ ਤੌਰ ਤੇ ਇਸ ਅੰਦੋਲਨ ਲਈ ਧੰਨਵਾਦ ਕੀਤਾ। ਉਹ ਕਹਿੰਦੇ ਤਨੋਂ ਮਨੋਂ ਤੇ ਧਨੋਂ ਲੋਕਾਂ ਨੇ ਦਿਲ ਖੋਲ ਕੇ ਸਹਿਯੋਗ ਦਿੱਤਾ ਹੈ, ਅਸੀਂ ਉਹਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧੰਨਵਾਦ ਕਰਦੇ ਹਾਂ। ਅਤੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਪਹੁੰਚੀਆਂ ਸੀ, ਸ਼ਖਸੀਅਤਾਂ ਪਹੁੰਚੀਆਂ ਸੀ, ਉਹਨਾਂ ਨੇ ਫਿਰ ਸਾਂਝੇ ਤੌਰ ਤੇ ਇੱਕ ਫੈਸਲਾ ਕੀਤਾ। ਫੈਸਲਾ ਲਿਆ ਕਿ ਪੰਜਾਬ ਫॉर ਫਾਰਮਰਸ ਨਾਮ ਦਾ ਇੱਕ ਫਰੰਟ ਬਣਾਇਆ ਜਾਏਗਾ, ਜਿਸ ਦੀ ਪਹਿਲੀ ਮੀਟਿੰਗ 7 ਅਪ੍ਰੈਲ 2021 ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਕੀਤੀ ਜਾਏਗੀ ਤੇ ਯੋਜਨਾ ਉਲੀਕੀ ਜਾਏਗੀ ਕਿ ਇਸ ਵਾਢੀ ਦੇ ਸੀਜ਼ਨ ਦੇ ਦੌਰਾਨ ਦਿੱਲੀ ਮੋਰਚੇ ਦੇ ਵਿੱਚ ਡਿਊਟੀਆਂ ਵੰਡ ਕੇ ਕਿਵੇਂ ਸ਼ਮੂਲੀਅਤ ਕੀਤੀ ਜਾਵੇ ਤੇ ਸ਼ਮੂਲੀਅਤ ਵਧਾਈ ਕਿਵੇਂ ਜਾਵੇ, ਮੋਰਚੇ ਨੂੰ ਤਾਕਤਵਰ ਤੇ ਮੋਰਚੇ ਨੂੰ ਮਜ਼ਬੂਤ ਹੋਰ ਕਿਵੇਂ ਕੀਤਾ ਜਾਵੇ। ਇਸੇ ਮੀਟਿੰਗ ਦੌਰਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਤੇ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਕਿ ਮਜ਼ਦੂਰਾਂ ਦੀ ਭਾਰੀ ਸ਼ਮੂਲੀਅਤ ਦਿੱਲੀ ਦੀਆਂ ਸਰਹੱਦਾਂ ਤੇ ਦੇਖਣ ਨੂੰ ਮਿਲੇਗੀ। ਤੇ ਉਹਨਾਂ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਦੇ ਵੱਲੋਂ 4 ਲੇਬਰ ਕੋਡ ਹੁਣੇ ਨਾ ਲਾਗੂ ਕਰਨਾ ਮਜ਼ਦੂਰ ਅਤੇ ਕਿਸਾਨੀ ਮੋਰਚੇ ਦੀ ਜਿੱਤ ਹੈ। ਹੁਣ ਕਿਸਾਨ ਮਜ਼ਦੂਰ ਮਿਲ ਕੇ ਅਗਲਾ ਕਹਿੰਦੇ ਨਿੱਜੀਕਰਨ ਦੇ ਖਿਲਾਫ ਲੜਾਈ ਵਿੱਢਣਗੇ। ਇਸੇ ਦੌਰਾਨ ਪਹੁੰਚੀਆਂ ਸਾਰੀਆਂ ਜਥੇਬੰਦੀਆਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਦਿਲ ਖੋਲ ਕੇ ਆਉਣ ਵਾਲੇ ਦਿਨਾਂ ਵਿੱਚ ਇਸ ਮੋਰਚੇ ਦੀ ਮਜ਼ਬੂਤੀ ਦੇ ਵਾਸਤੇ ਦਿਨ ਰਾਤ ਇੱਕ ਕਰਨਗੇ। ਅਗਲੀ ਜਿਹੜੀ ਖਬਰ ਹੈ ਇਹ ਯੂਪੀ ਵਾਲੇ ਪਾਸਿਓਂ ਮਿਲੀ ਹੈ। ਅਸਲ ਦੇ ਵਿੱਚ ਮੇਰਠ ਵਿੱਚ ਸਰਦਾਨਾ ਗੈਂਗਰੇਪ ਦੇ ਮੁੱਖ ਦੋਸ਼ੀ ਨੇ, ਜਿਨ੍ਹਾਂ ਨੇ ਇੱਕ 10ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਸਮੂਹਕ ਜ਼ਬਰ ਜਨਾਹ ਕੀਤਾ ਸੀ। ਉਸ ਨੂੰ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ ਤੇ ਪੁਲਿਸ ਕਹਿੰਦੀ ਉਹ ਰਸਤੇ 'ਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਸਾਨੂੰ ਗੋਲੀ ਚਲਾਉਣੀ ਪੈ ਗਈ। ਇਸ ਗੋਲੀ ਕਾਂਡ ਦੇ ਵਿੱਚ ਇਹ ਵਿਅਕਤੀ ਜ਼ਖਮੀ ਹੋ ਗਿਆ ਤੇ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਪੀੜਤ ਵਿਦਿਆਰਥਣ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਦਰਅਸਲ 10ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਸਮੂਹਕ ਜ਼ਬਰ ਜਨਾਹ ਦੇ ਮਾਮਲੇ ਵਿੱਚ ਮੇਰਠ ਦੇ ਸਰਦਾਨਾ ਥਾਣੇ ਪੁਲਿਸ ਦੇ ਵਿੱਚ 2 ਦੋਸ਼ੀਆਂ, ਜਿਹੜਾ ਇੱਕ ਦਾ ਨਾਮ ਲਖਣ ਹੈ ਤੇ ਦੂਸਰੇ ਦਾ ਨਾਮ ਵਿਕਾਸ ਹੈ, ਅੱਜ ਇਹਨਾਂ ਦੀ ਅਦਾਲਤੀ ਪੇਸ਼ੀ ਸੀ। ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਲਖਣ ਨੇ ਇੱਕ ਪੁਲਿਸ ਮੁਲਾਜ਼ਮ ਦੀ ਬੰਦੂਕ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਉਹਨੂੰ ਜਾ ਕੇ ਲੱਗੀ। ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਮੇਰਠ ਪੁਲਿਸ ਦੀ ਨਿਗਰਾਨੀ ਵਿਭਾਗ ਅਤੇ ਸਰਦਾਨਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਦੀ ਟੀਮ, ਉਹ ਕਹਿੰਦੇ ਉਹਨੂੰ ਅਦਾਲਤ ਵਾਸਤੇ ਲੈ ਕੇ ਜਾ ਰਹੀ ਸੀ, ਪੇਸ਼ੀ ਵਾਸਤੇ ਲੈ ਕੇ ਜਾ ਰਹੀ ਸੀ। ਰਸਤੇ ਵਿੱਚ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਲਖਣ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ ਤੇ ਉਹਦੇ ਗੋਲੀ ਲੱਗ ਗਈ। ਇਹ ਕੋਈ ਨਵਾਂ ਮਾਮਲਾ ਨਹੀਂ, ਫਿਲਮਾਂ 'ਚ ਵੀ ਆਪਾਂ ਇੰਜ ਦੇਖਦੇ ਹਾਂ। ਆਮ ਤੌਰ ਤੇ ਇਨਕਾਊਂਟਰ ਬਹੁਤੇ ਫੇਕ ਹੁੰਦੇ ਆ। ਹੁਣ ਸੱਚਮੁੱਚ ਹੋ ਸਕਦਾ ਭਾਈ ਉਹ ਪੁਲਿਸ ਦੀ ਰਫਲ ਲੈ ਕੇ ਭੱਜਿਆ ਹੋਵੇ, ਉਹਨੇ ਗੋਲੀ ਵੀ ਚਲਾ ਦਿੱਤੀ ਹੋਵੇ, ਪਰ ਦੋਸ਼ੀ ਲਖਣ ਗੋਲੀ ਲੱਗਣ ਕਾਰਨ ਜ਼ਖਮੀ ਹੈ ਤੇ ਇਸ ਵਕਤ ਉਹ ਹਸਪਤਾਲ ਦੇ ਵਿੱਚ ਆ। ਭੱਜਣ ਤਾਂ ਨਹੀਂ ਦਿੱਤਾ ਜਦੋਂ ਗੋਲੀ ਲੱਗ ਗਈ, ਤੇ ਗੋਲੀ ਲੱਗਣ ਤੋਂ ਬਾਅਦ ਹੁਣ ਉਹਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਵਿਅਕਤੀ ਦਾ ਨਾਮ ਲਖਣ ਹੈ। ਇੱਕ ਹਸਪਤਾਲ ਵਿੱਚ ਉਹਨੂੰ ਭਰਤੀ ਕਰਵਾ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਬੀਤੇ ਵੀਰਵਾਰ ਨੂੰ 4 ਲੋਕਾਂ ਦੇ ਵੱਲੋਂ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਕਥਿਤ ਤੌਰ ਤੇ ਸਮੂਹਕ ਜ਼ਬਰ ਜਨਾਹ ਕੀਤਾ ਗਿਆ ਸੀ। ਇਹਨਾਂ ਵਿੱਚੋਂ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 2 ਵਿਅਕਤੀ ਹਾਲੇ ਵੀ ਫਰਾਰ ਦੱਸੇ ਜਾ ਰਹੇ ਨੇ। ਉੱਥੇ ਹੀ ਪੀੜਤ ਵਿਦਿਆਰਥਣ ਦੀ ਹਸਪਤਾਲ ਵਿੱਚ ਮੌਤ ਹੋਈ ਸੀ। ਪੀੜਤ ਲੜਕੀ ਦੇ ਰਿਸ਼ਤੇਦਾਰਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਉਸ ਨੂੰ ਜ਼ਹਿਰੀਲੇ ਪਦਾਰਥ ਖਾਣ ਵਾਸਤੇ ਦਿੱਤੇ ਗਏ ਤੇ ਮਜਬੂਰੀ ਦੇ ਨਾਲ ਉਹਨੂੰ ਖਵਾਏ ਗਏ, ਜਿਸ ਕਾਰਨ ਉਸ ਬੱਚੀ ਦੀ ਮੌਤ ਹੋ ਗਈ ਸੀ। ਮੇਰਠ ਪੁਲਿਸ ਨੇ ਜ਼ਬਰ ਜਨਾਹ ਅਤੇ ਹੋਰਨਾਂ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ,
पर लड़की के घरों एक सुसाइड नोट भी बरामद होने की पुष्टि हुई है। पुलिस ने आख्या कि असीं इस एंगल के नाल कोई होर एंगलों तो भी इस जबरजना मामले की जांच कर रहे हैं। अगली खबर है, विधान सभा की कार्रवाई चल रही सी ते भाजपा के विधायकों ने स्पीकर दे जुत्तियां मारियां। तुसीं देखो कि हौसले देखो तुसीं, एक पासे कहते होंदे ने कि पवित्र साधन है, एक पासे जदों भी जर्नलिज्म पढ़ाया जाता उत्थे आख्या जाता है कि पार्लीमेंटरी लैंगुएज वरतनी है, भाव वो बोली जिहड़ी बड़ी रिस्पैक्टफुल होंदी है। पर अज असीं वेखदे हां कि भावें किसी भी सूबे की विधान सभा होवे, ईवन लोक सभा होवे, राज सभा होवे, उत्थे किवें गाली गलोच हुंदा है, उत्थे किस तरीके नाल पेश आया जाता है। आ जिहड़ी ताज़ा जानकारी है उड़ीसा विधान सभा दे विचों मिली है। सदन की कार्रवाई चल रही सी, कार्रवाई चलते चलते स्थिति तनावपूर्ण बन गई जदों भाजपा के विधायकों ने स्पीकर के जुत्तियां मारनियां शुरू कर दित्तियां। जुत्तियां सुट्टण वाले विधायकों ने कहा कि उन्होंने कुछ भी गलत नहीं किया, तो फिर ये तो बाद स्पीकर नूं पुछया, वो कहते मैं भी सारे पहलुआं ते विचार कर रहे हैं। उड़ीसा सरकार की मुख विप परिमला मलिक ने मीडिया नाल गलबात करदिआं दस्सिया कि विरोधी धिर दे उप नेता विष्णु सेठी, विधायक जय नारायण मिश्रा अते विरोधी धिर दे चीफ उन्होंने स्पीकर के मंच के उत्ते जुत्तियां भी वगा मारियां, ईयरफोन भी वगा के मारे, कागज़ भी वगा मारे, पैन भी वगा मारे। तो वित्त मंत्री रंजन पुजारी के वलों सदन में 2019-20 लई कैग की रिपोर्ट पेश करने तो बाद विरोधी धिर कांग्रेस मुलतवी मतां नूं लैके आई, जिसनूं स्पीकर ने खारज कर दिता। जिस तो बाद विरोधी धिर के विधायकों ने जबरदस्त विरोध प्रदर्शन किया अते विरोध प्रगटाया। ये सब कार्रवाई चल रही सी ते उस ही वक्त आ काम हो गया कि जिहड़ा योगता सोध बिल है सदन दे विच बगैर बहस के पास कर दिता गया। लोक सभा दे विच भी इंज ही होया सी, जदों आ तिन्नी खेती सुधार कानून बनाए किहड़ी बहस हुई उन्हां ते, राज सभा दे विच किहड़ी बहस हुई उन्हां ते। ये लगभग हुण विधान सभावां विच भी इंज होण लग पिया, लोक सभा ते राज सभा विच भी इंज होण लग पिया। सिर्फ एक ये है कि भाई उत्थे संविधान दे विच लिखिया गया है कि इन्ने महीनों तो बाद सदन की कार्रवाई जरूरी है, कार्रवाई जरूरी है, सिर्फ वो खाना पूर्ति की जाती है। तुसीं देखो कि इस वक्त जिहड़ा बजट इजलास चल रहा सी, चोणां दे मद्देनज़र 13 दिन पहले ही मुलतवी कर दिता कि चोणां जरूरी ने जां लोकां दे मुद्दे विचारने जरूरी ने। जे 545 लोक सभा मैंबर चुन के लोगों ने भेजे है, वो चोणां दे प्रचार वास्ते नहीं भेजे, वो लोगों के मुद्दे, लोगों वास्ते कानून, लोक नीतियां बनाउण वास्ते भेजे है। 13 दिन पहले ही भोग पा दिता। तो आ भी कहते उत्थे हंगामा होने लग पिया कि बहस तुसीं करवाई नहीं। इसी हंगामे के दौरान दो भाजपा के विधायक जय नारायण मिश्रा ते विष्णु सेठी अपनी सीटां तो उठे, खड़े होए। विरोध तो जरूर किया जा सकता, पर विरोध करने का कोई तरीका होवे। विरोध करते करते अगे वधे, जुत्तियां वगा मारन लग पे, कागज़, पैन, ईयरफोन जिहड़ा कुछ हत्थ विच आया उन्होंने चुक चुक मारिया। जदों पत्रकारां ने इस MLA जय नारायण मिश्रा नूं पुछया कि भाई तू की सुट्टिया दस मैनूं, वो कहंदा मैनूं तां पता ही नहीं कि मैं स्पीकर दे हकीकत दे विच की कुछ सुट्टिया, पर कहंदा इन्ना मैनूं पता है कि मैं गलत कुछ नहीं किया। विधान सभा के स्पीकर का वरताओ कहंदे इस तरह का सी, इस चीज़ का वो हकदार सी। तुसीं देखो कि विधान सभा दे विच सर्वोच्च स्पीकर हुंदा है ते MLA आख रहे हैं कि इहदा हकदार सी स्पीकर। ते दूसरे जदों विष्णु सेठी नूं पुछया गया, उन्होंने लगे दोषों तो इनकार किया। वो कहंदा मैं स्पीकर दे जुत्तियां तां मारियां ही नहीं, बस मैं सिर्फ एक पैन सुट्टिया, एक मैं हैडफोन सुट्टिया। हुण तुसीं ये हिसाब लाओ कि पैन, पेपर, ईयरफोन, हैडफोन की स्पीकर दे वगा के मारन नूं दित्ते जांदे ने? कि इन्हां कोल तर्क, कोई दलील नां दी कोई चीज़ नहीं। तो जदों दूसरे पासे स्पीकर नूं पुछ लिया कि भाई तुहाडे जुत्तियां भी सुट्टियां ने, पैन भी सुट्टे है ते होर समान भी सुट्टिया है, वो कहंदे आया तो है मेरे वालों, पर मैं इहदे ते विचार कर रहा ते मैं इस संबंधी कानून की व्याख्या भी कर रहा। कानून अपना काम करेगा, पर उहदे तो पहला मैं सारी फुटेज देख रहा कि असल दे विच मेरे वाल की ने की सुट्टिया। ते अज पंजाब दी राजनीति विच वड्डा तूफान आ सकदा है, क्योंकि लगभग 1.5-2 साल हो गया नवजोत सिंह सिद्धू हाशिए ते धक्के होया। जानकारी है कि अज 4 अप्रैल नूं
ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਸੱਦ ਲਈ ਹੈ, ਜਿਸ ਕਾਰਨ ਸਿਆਸਤ ਦੀਆਂ ਅਟਕਲਾਂ ਲੱਗ ਰਹੀਆਂ ਨੇ। ਮੀਡੀਆ ਦੇ ਵਿੱਚ ਹੜਕੰਪ ਮੱਚਿਆ ਪਿਆ, ਅਟਕਲਾਂ ਦਾ ਬਾਜ਼ਾਰ ਗਰਮ ਹੋਇਆ ਪਿਆ। ਦੱਸਣਾ ਬਣਦਾ ਹੈ ਕਿ ਨਵਜੋਤ ਸਿੱਧੂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਆਪਣੇ ਜੱਦੀ ਸ਼ਹਿਰ ਦੇ ਵਿੱਚ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਸੱਦੀ ਗਈ ਹੈ ਤੇ ਨਾਲ ਸਿਰਫ ਕੁਝ ਚੋਣਵੇਂ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਕੁਝ ਲੋਕਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਨੂੰ ਨਵਜੋਤ ਸਿੱਧੂ ਦੇ ਨਵੇਂ ਐਲਾਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਬੀਤੇ ਦਿਨਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਕਈ ਮੀਟਿੰਗਾਂ ਹੋਈਆਂ, ਪਰ ਹਰ ਵਾਰ ਦੀ ਮੀਟਿੰਗ ਬੇਸਿੱਟਾ ਰਹੀ। ਕੈਪਟਨ ਸਰਕਾਰ ਵੱਲੋਂ ਸਿੱਧੂ ਨੂੰ 2 ਮਹਿਕਮੇ ਦੇਣ ਦੀਆਂ ਚਰਚਾਵਾਂ ਵੀ ਰਹੀਆਂ, ਪਰ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਸਿੱਧੂ ਹੁਣ 8 ਮਹੀਨੇ ਵਾਲੀ ਸਰਕਾਰ ਵਿੱਚ ਮੰਤਰੀ ਦੀ ਬਜਾਏ ਵਿਧਾਇਕ ਬਣ ਕੇ ਸਮਾਂ ਕੱਢਣਗੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਹੁਣ ਗਿਆਨ ਹੋ ਚੁੱਕਿਆ ਹੈ ਕਿ ਉਹ 2 ਸਾਲ ਲਗਭਗ ਹੋ ਗਏ ਘਰ ਬੈਠਿਆਂ ਨੂੰ। ਹੁਣ 8 ਮਹੀਨਿਆਂ ਦੇ ਵਿੱਚ ਸਿੱਧੂ ਨੂੰ ਜੇਕਰ ਕੋਈ ਮੰਤਰਾਲਾ ਦੇ ਦਿੱਤਾ ਗਿਆ, ਉਹ ਕਿਹੜਾ ਮਾਰਕਾ ਮਾਰ ਲੈਣਗੇ। ਕੁਝ ਮਹੀਨਿਆਂ ਬਾਅਦ ਤੇ ਉੱਥੇ ਚੋਣ ਜ਼ਾਬਤਾ ਲੱਗ ਜਾਣਾ ਹੈ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇੱਕ ਬਿਆਨ ਦੇ ਦਿੱਤਾ ਸੀ ਕਿ ਸਿੱਧੂ ਹੋਰ ਸਮਾਂ ਚਾਹੁੰਦੇ ਆ। ਅਜਿਹੇ ਵਿੱਚ ਹੁਣ ਪ੍ਰੈਸ ਕਾਨਫਰੰਸ ਸੱਦਣੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਸੱਦਣੀ, ਤੇ ਫਿਰ ਅਟਕਲਾਂ ਤਾਂ ਲਗਾਈਆਂ ਜਾਣੀਆਂ ਹੀ ਸੀ। ਤੇ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਵਿਰੋਧੀਆਂ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿੱਚ ਤੂਫਾਨ ਲਿਆ ਕੇ ਰੱਖ ਦੇਣਗੇ। ਦੇਖਣਾ ਹੋਏਗਾ ਕਿ ਪਟਾਕਾ ਠੁੱਸ ਹੁੰਦਾ ਜਾਂ ਧਮਾਕਾ ਹੁੰਦਾ ਹੈ। ਬਸ ਕੁਝ ਘੰਟਿਆਂ ਦੀ ਉਡੀਕ ਆ, ਉਹਦੇ ਤੋਂ ਬਾਅਦ ਅਗਲੀ ਅਪਡੇਟ ਕੀ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਤੇ ਅਗਲੀ ਖਬਰ ਜਿਹੜੀ ਮੇਰੇ ਸਾਹਮਣੇ ਹੈ, ਉਹਦੇ ਤੋਂ ਪਹਿਲਾਂ ਮੈਂ ਇਹ ਆਖ ਸਕਦਾ, ਮੈਨੂੰ ਗੁਰਦਾਸ ਮਾਨ ਦਾ ਇੱਕ ਗੀਤ ਚੇਤੇ ਆ ਰਿਹਾ ਹੈ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ। 82 ਵਰਿਆਂ ਦੇ ਬਜ਼ੁਰਗ ਨੇ, 50 ਸਾਲਾਂ ਦੇ ਬਾਅਦ ਉਹਨਾਂ ਨੂੰ ਆਪਣਾ ਪਹਿਲਾ ਪਿਆਰ ਮਿਲ ਰਿਹਾ ਹੈ। ਰਾਜਸਥਾਨ ਦੇ ਜੈਸਲਮੇਰ ਦੇ ਰਹਿਣ ਵਾਲੇ ਇੱਕ ਬਜ਼ੁਰਗ, ਜਿਨ੍ਹਾਂ ਦੀ ਉਮਰ ਇਸ ਵਕਤ 82 ਵਰਿਆਂ ਦੀ ਹੋ ਚੁੱਕੀ ਹੈ, ਆਪਣੀ ਜਵਾਨੀ ਵਾਲਾ ਪਿਆਰ ਉਹਨਾਂ ਨੂੰ ਵਾਪਸ ਮਿਲਿਆ ਹੈ। ਜੈਸਲਮੇਰ ਦੇ ਨੇੜੇ ਪੈਂਦਾ ਪਿੰਡ ਕੁਲਤਰਾ ਪਿੰਡ ਦੇ ਬਜ਼ੁਰਗ ਦੀ ਇਹ ਪ੍ਰੇਮ ਕਹਾਣੀ ਪਰ ਹੈ ਵੱਖਰੀ ਹਕੀਕਤ ਹੈ, ਕੋਈ ਫਿਲਮ ਨਹੀਂ। ਇੱਕ ਚੌਕੀਦਾਰ ਦੀ ਨੌਕਰੀ ਕਰਦੇ ਸੀ ਇਹ ਬਜ਼ੁਰਗ। ਇਸ ਬਜ਼ੁਰਗ ਦੀ ਪ੍ਰੇਮ ਕਹਾਣੀ ਜਿਹੜੀਆਂ ਤਮਾਮ ਪੁਰਾਣੀਆਂ ਆਪਾਂ ਕਹਾਵਤਾਂ ਵੇਖਦੇ ਹਾਂ ਜਾਂ ਫਿਲਮਾਂ ਦੇਖਦੇ ਹਾਂ, ਉਹਨਾਂ ਨਾਲੋਂ ਕਿਤੇ ਵੱਖਰੀ ਹੈ, ਪਰ ਅਸਲ ਹੈ। ਉਹਨਾਂ ਨੇ ਦੱਸਿਆ ਕਿ 1970 ਦੇ ਵਿੱਚ ਇੱਕ ਆਸਟ੍ਰੇਲੀਆ ਤੋਂ ਬੀਬੀ ਜੈਸਲਮੇਰ ਘੁੰਮਣ ਆਈ। ਉਹਨਾਂ ਨੂੰ ਕਹਿੰਦੇ ਪਿਆਰ ਹੋ ਗਿਆ ਇੱਕ ਦੂਸਰੇ ਨਾਲ, ਪਹਿਲੀ ਨਜ਼ਰੇ ਪਿਆਰ ਹੋ ਗਿਆ। ਕੁਝ ਦਿਨ ਰਹਿਣ ਤੋਂ ਬਾਅਦ ਉਹ ਬੀਬੀ ਆਸਟ੍ਰੇਲੀਆ ਪਰਤ ਗਈ। ਪਹਿਲਾਂ ਮਰੀਨਾ ਨੇ ਉਹਨਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਵੀ ਕਹਿੰਦੇ ਕੀਤਾ ਸੀ, ਪਰ ਉਸ ਵਕਤ ਉਹ ਸ਼ਰਮਾ ਗਏ। 82 ਵਰਿਆਂ ਦੇ ਇਸ ਚੌਕੀਦਾਰ ਨੂੰ ਹੁਣੀ 50 ਸਾਲ ਪੁਰਾਣਾ ਆਪਣਾ ਪਿਆਰ ਦੁਬਾਰਾ ਕਿਵੇਂ ਮਿਲ ਗਿਆ, ਇਹ ਬਹੁਤ ਮਹੱਤਵਪੂਰਨ ਹੈ। ਹਿਊਮਨ ਆਫ ਬੰਬੇ ਨੇ ਉਹਨਾਂ ਦੀ ਇੱਕ ਕਹਾਣੀ ਸਾਂਝੀ ਕੀਤੀ ਹੈ। ਉਹਨਾਂ ਨੇ ਪ੍ਰੇਮ ਕਹਾਣੀ ਦੱਸਦੇ ਹੋਏ ਕਿਹਾ ਕਿ ਪਹਿਲੀ ਨਜ਼ਰ ਦਾ ਪਿਆਰ ਸੀ, ਪਰ ਮੁੜ ਕੇ 50 ਸਾਲਾਂ ਬਾਅਦ ਮਿਲਿਆ। ਇਸ ਬਜ਼ੁਰਗ ਨੇ ਦੱਸਿਆ ਕਿ ਅਸੀਂ ਸਿਰਫ 5 ਦਿਨ ਇੱਕ ਦੂਸਰੇ ਦੀਆਂ ਨਜ਼ਰਾਂ ਦੇ ਸਾਹਮਣੇ ਰਹੇ ਸੀ, ਪਰ ਇੱਕ ਦੂਸਰੇ ਤੋਂ ਨਜ਼ਰ ਹਟਾ ਨਹੀਂ ਸੀ ਸਕੇ। ਉਹ ਦੱਸਦੇ ਹੈ ਕਿ 5 ਦਿਨਾਂ ਬਾਅਦ ਜਦੋਂ ਮਰੀਨਾ ਵਾਪਸ ਆਸਟ੍ਰੇਲੀਆ ਜਾਣ ਲੱਗੀ ਤਾਂ ਉਹਨੇ ਆਪਣਾ ਦਿਲ ਖੋਲ੍ਹਿਆ, ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਮੈਂ ਕੁਝ ਬੋਲ ਨਾ ਸਕਿਆ। ਕੁਲਤਰਾ ਦਾ ਰਹਿਣ ਵਾਲਾ ਇਹ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਵਾਸਤੇ ਬਾਅਦ ਦੇ ਵਿੱਚ ਫਿਰ ਆਸਟ੍ਰੇਲੀਆ ਵੀ ਗਿਆ। ਤੁਸੀਂ ਦੇਖੋ ਕਿ ਗਰੀਬ ਹੈ, ਮਜ਼ਦੂਰੀ ਕਰਦਾ ਸੀ, ਚੌਕੀਦਾਰੀ ਕਰਦਾ ਸੀ। ਉਹ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ। ਪਰਿਵਾਰ ਨੂੰ ਬਗੈਰ ਦੱਸੇ 30,000 ਰੁਪਏ ਦਾ ਕਰਜ਼ ਚੁੱਕਿਆ, ਆਸਟ੍ਰੇਲੀਆ ਚਲੇ ਗਿਆ। ਉਹਨੇ ਵੀਜ਼ਾ ਭੇਜ ਦਿੱਤਾ, ਉੱਥੋਂ ਰਾਹਦਾਰੀ ਭੇਜ ਦਿੱਤੀ। ਲਗਭਗ 3 ਮਹੀਨੇ ਕਹਿੰਦੇ ਮੈਂ ਆਸਟ੍ਰੇਲੀਆ ਰਿਹਾ। ਉਹ ਦਿਨ ਕਹਿੰਦੇ ਮੈਨੂੰ ਕਦੇ ਭੁੱਲੇ ਨਹੀਂ ਸੀ। 3 ਮਹੀਨੇ ਰਹਿਣ ਤੋਂ ਬਾਅਦ ਉਹ ਮੈਲਬੌਰਨ ਵਿੱਚ ਰਹਿੰਦੀ ਸੀ। ਮੈਲਬੌਰਨ ਕਹਿੰਦਾ ਮੈਂ ਰਿਹਾ। ਉਹਨਾਂ ਨੇ ਮਰੀਨਾ ਨੇ ਕਹਿੰਦੇ ਮੈਨੂੰ ਉੱਥੇ ਥੋੜੀ ਬਹੁਤ ਆਪਣੇ ਜੋਗੀ ਜੇ ਅਸੀਂ ਗੱਲਬਾਤ ਇੱਕ ਦੂਸਰੇ ਨਾਲ ਕਰ ਸਕੇ, ਅੰਗਰੇਜ਼ੀ ਵੀ ਸਿਖਾਈ ਤੇ ਮੈਂ ਆਪਣੀ ਬੋਲੀ ਘੁੰਮਰ ਸਿਖਾਈ। ਜਦੋਂ ਕਹਿੰਦੇ ਮੈਂ ਵਾਪਸ ਪਰਤਿਆ, ਗਰੀਬ ਪਰਿਵਾਰ ਨਾਲ ਸੰਬੰਧਿਤ ਸੀ, ਘਰਦਿਆਂ ਦੇ ਕਹਿਣ ਦੇ ਉੱਤੇ ਮੈਂ ਵਿਆਹ ਕਰਵਾ ਲਿਆ। ਮੇਰੇ ਬੱਚੇ ਵੀ ਹੋਏ, ਪਰ ਮਰੀਨਾ ਦੀ ਯਾਦ ਮੇਰੇ ਦਿਲ ਵਿੱਚੋਂ ਕਦੇ ਨਾ ਗਈ। ਇਸੇ ਦੌਰਾਨ ਘਰ ਦਾ ਖਰਚਾ ਚਲਾਉਣ ਲਈ ਕੁਲਤਰਾ ਸ਼ਹਿਰ ਵਿੱਚ ਚੌਕੀਦਾਰ ਦੀ ਉਹਨੇ ਨੌਕਰੀ ਕਰ ਲਈ। ਬੱਚੇ ਵੱਡੇ ਹੋ ਗਏ, ਸਾਰੇ ਆਪੋ ਆਪਣੇ ਥਾਂ ਸੈੱਟ ਹੋ ਗਏ, ਉਹਨਾਂ ਦੇ ਵਿਆਹੇ ਗਏ, ਵਿਆਹ ਹੋ ਗਿਆ। ਉਹ ਕਹਿੰਦੇ 2 ਕੁ ਵਰੇ ਪਹਿਲਾਂ ਮੇਰੀ ਘਰਵਾਲੀ ਦੀ ਮੌਤ ਹੋ ਗਈ। ਕੁਲਤਰਾ ਦੇ ਚੌਕੀਦਾਰ ਭਾਵੇਂ ਹੀ ਆਪਣਾ ਪਿਆਰ ਤਾਂ ਮੁੜ ਕੇ ਲੱਭ ਨਾ ਸਕੇ,
ਮੁੜ ਕੇ ਉਹਨਾਂ ਨੂੰ ਯਾਦ ਤਾਂ ਆਉਂਦੀ ਪਰ ਪਤਾ ਕਿੱਥੋਂ ਕਰਦੇ ਕਿ ਮਰੀਨਾ ਕਿੱਥੇ ਹੈ। ਇੱਕ ਪਾਸੇ ਗਰੀਬੀ ਵੀ ਹੈ, ਪਰ ਕਹਿੰਦੇ ਮਰੀਨਾ ਨੇ ਮੈਨੂੰ ਲੱਭ ਲਿਆ। ਮਹੀਨਾ ਪਹਿਲਾਂ ਕਹਿੰਦੇ ਮੈਨੂੰ ਇੱਕ ਚਿੱਠੀ ਮਿਲੀ, ਉਹ ਚਿੱਠੀ ਮਰੀਨਾ ਦੀ ਸੀ। ਉਹ ਦੱਸਦੇ ਆ ਕਿ ਹੁਣ 1 ਮਹੀਨਾ ਹੋ ਗਿਆ, ਰੋਜ਼ਾਨਾ ਅਸੀਂ ਫੋਨ ਤੇ ਗੱਲ ਕਰਦੇ ਹਾਂ। ਉਹ ਕਹਿੰਦੇ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਬਜ਼ੁਰਗ ਨਹੀਂ ਹੋਇਆ, ਮੈਂ ਹਾਲੇ ਵੀ ਜਵਾਨ ਹੈ ਤੇ ਮੇਰਾ ਪੁਰਾਣਾ ਪਿਆਰ ਫਿਰ ਪਰਤਾਇਆ। ਕਹਿੰਦੇ ਮਰੀਨਾ ਨੇ ਮੈਨੂੰ ਦੱਸਿਆ ਕਿ ਮੈਂ ਛੇਤੀ ਭਾਰਤ ਆਉਣਾ ਚਾਹੁੰਦੀ ਹਾਂ। ਉਹ ਬਜ਼ੁਰਗ ਦੱਸ ਰਹੇ ਨੇ ਕਿ ਮੈਂ ਕਦੀ ਸੋਚਿਆ ਨਹੀਂ ਸੀ ਕਿ ਜ਼ਿੰਦਗੀ ਦੇ ਇਸ ਪੜਾਅ ਤੇ ਆ ਕੇ ਮੈਨੂੰ ਆਪਣਾ ਪਹਿਲਾ ਪਿਆਰ ਵਾਪਸ ਮਿਲ ਜਾਵੇਗਾ। ਉਹ ਕਹਿੰਦੇ ਮੈਂ ਵੀ ਬੜਾ ਖੁਸ਼ ਹਾਂ, ਮਰੀਨਾ ਵੀ ਬਹੁਤ ਖੁਸ਼ ਹੈ। ਉਹਨੂੰ ਇਹ ਮਹਿਸੂਸ ਹੋ ਰਿਹਾ ਕਿ ਅੱਜ ਮੈਂ 82 ਦਾ ਨਹੀਂ 21 ਦਾ ਜਾਂ 31 ਦਾ ਹੋਵਾਂ। ਤੁਸੀਂ ਦੇਖੋ ਕਿ ਜਿਸ ਤਰ੍ਹਾਂ ਦੀਆਂ ਕਈ ਵਾਰੀ ਅਸੀਂ ਫਿਲਮਾਂ ਦੇਖਦੇ ਹਾਂ, ਆ ਲਗਭਗ ਉਸੇ ਤਰ੍ਹਾਂ ਦੀ ਇੱਕ ਕਹਾਣੀ, ਸੱਚੀ ਕਹਾਣੀ ਫਿਲਮ ਦੇ ਰੂਪ ਵਿੱਚ ਸਾਡੇ ਅੱਖਾਂ ਦੇ ਸਾਹਮਣੇ ਘੁੰਮ ਰਹੀ ਹੈ। ਤੇ ਅਗਲੀ ਖਬਰ ਕਿਸਾਨੀ ਸੰਘਰਸ਼ ਤੋਂ ਹੀ ਹੈ। ਬੜੀਆਂ ਜਾਨਾਂ ਨੇ, ਜਿੰਦਾਂ ਨੇ ਜਿਹੜੀਆਂ ਕਿਸਾਨੀ ਸੰਘਰਸ਼ ਦੇ ਲੇਖੇ ਲੱਗ ਚੁੱਕੀਆਂ ਨੇ। ਦਿੱਲੀ ਦੀਆਂ ਸਰਹੱਦਾਂ ਤੇ ਕਾਲੇ ਕਾਨੂੰਨਾਂ ਦੇ ਖਿਲਾਫ 4 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਸੰਘਰਸ਼ ਚੱਲ ਰਿਹਾ ਹੈ। ਤੇ ਹੁਣ ਜਾਣਕਾਰੀ ਮਿਲੀ ਹੈ ਕਿ ਇਸ ਅੰਦੋਲਨ ਤੋਂ ਵਾਪਸ ਪਰਤ ਰਹੇ ਇੱਕ ਕਿਸਾਨ ਦੀ ਮੌਤ ਹੋਈ ਹੈ। ਜਥੇਦਾਰ ਹਾਕਮ ਸਿੰਘ ਢਟੋਗਲ ਨੇ ਦੱਸਿਆ ਕਿ ਹਰ ਵੀਰਵਾਰ ਨੂੰ ਉਹਨਾਂ ਦੇ ਪਿੰਡ ਤੋਂ 20 ਕਿਸਾਨਾਂ ਦਾ ਜਥਾ ਦਿੱਲੀ ਚੱਲ ਰਹੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਾਂਦਾ ਹੈ। ਫਿਰ 8 ਦਿਨ ਉੱਥੇ ਦਿੱਲੀ ਦੀ ਸਰਹੱਦ ਤੇ ਰਹਿੰਦਾ ਤੇ ਫਿਰ ਪਿੰਡ ਵਾਪਸ ਪਰਤ ਆਉਂਦਾ ਹੈ। ਜਾਣਕਾਰੀ ਦਿੱਤੀ ਹੈ ਕਿ ਕਿਸਾਨ ਬੰਤ ਸਿੰਘ ਭੱਟੀ ਉਰਫ ਭੋਲਾ ਬੀਤੇ ਵੀਰਵਾਰ ਨੂੰ ਦਿੱਲੀ ਗਏ ਸੀ। ਬੀਤੀ ਰਾਤ ਉਹ ਆਪਣੇ ਸਾਥੀਆਂ ਸਮੇਤ ਦਿੱਲੀ ਤੋਂ ਵਾਪਸ ਪਰਤ ਰਹੇ ਸਨ ਤੇ ਰਸਤੇ ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇੱਕ ਹੋਰ ਖਬਰ ਮਿਲ ਰਹੀ ਹੈ ਕਿ ਦਿੱਲੀ ਮੋਰਚੇ ਤੋਂ ਪਿੰਡ ਆ ਰਹੇ ਮਾਹਿਲ ਗਹਿਲਾਂ ਦੇ 47 ਵਰ੍ਹਿਆਂ ਦੇ ਪਰਮਜੀਤ ਸਿੰਘ ਮਾਹਲ ਦੀ ਵੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ। ਇਹ 2 ਹੋਰ ਜਾਨਾਂ ਇਸ ਕਿਸਾਨੀ ਸੰਘਰਸ਼ ਦੇ ਲੇਖੇ ਲੱਗ ਗਈਆਂ ਨੇ। ਸੋ ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ, ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਸੋ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਅਸੀਂ ਤੁਹਾਡੇ ਦਿਲੋਂ ਧੰਨਵਾਦ ਕਰਾਂਗੇ। ਤੇ ਆਓ ਜਾਣ ਤੋਂ ਪਹਿਲਾਂ ਆਖੀਏ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।